साल 1999 भारत और पाकिस्तान के जंग में शहीद हुए सिख रेजिमेंट के जवानों में पंजाब जिले के होशियारपुर का नाम सबसे ऊपर आता है। इसमें करीबन 13 जवान होशियारपुर की धरती से संबंध रखते हैं, जिन्होंने देश के लिए शहीदी प्राप्त की थी, जिन्हें आज भी देश याद कर रहा है। 1999 में भारत कारगिल का युद्ध हुए में 8 सिख रेजिमेंट में शहीद रणजीत सिंह के नाम भी शामिल है। इन्होंने बतौर खिलाड़ी के रूप में आर्मी ज्वाइन की थी, लेकिन एक दिन ऐसा समय आया कि देश के खातिर राइफल पकड़ ली। रणजीत सिंह पंजाब जिले के होशियारपुर गांव के राणा से हैं, जिन्होंने केवल 29 साल की आयु में देश के खातिर अपनी जान दे दी। धर्मपत्नी दलजीत सिंह कौर के मुताबिक उन्हें नहीं पता था कि ऐसी खबर आएगी, घर में सब कुछ सूना हो जाएगा। रणजीत सिंह के घर में पठानकोट के लिए गए थे, लेकिन बाद में कारगिल भेज दिया गया, जिसके बाद एक दिन मौत की खबर आई। आज रणजीत सिंह के अन्य सभी सेवा मुक्त होकर घर से बैठे हैं, जबकि उनकी पत्नी की भी तमन्ना थी कि वो घर में रिटायर होकर आए, लेकिन कुदरत को कुछ और ही मंजूर था। बल्कि उनके एक बेटे को, जिसे रणजीत सिंह कौर पत्नी ने पाला है, उन्हें फ़र्क है कि उन्हें जीवन साथी पत्नी रणजीत सिंह जैसे देश के लिए शहीद हुए हैं। लेकिन मलाल भी है, घर में रणजीत सिंह की कमी लग रही है, जो कि कभी पूरी नहीं हो पाएगी। ऐसी हालत सुरेंद्र सिंह की परिवार का भी है, जो होशियारपुर के कस्बा टांडा के निवासी हैं। दिन 1999 19 मई रणजीत सिंह के साथ शहीद हुए थे। वहीं बलविंदर सिंह कौर ने बताया कि समय की सरकारी कोई मदद नहीं कर रही, उनकी कमी आज बच्चों पे महसूस हो रही है। ਅਸੀਂ ਸ਼ਾਮ ਦਾ ਟਾਈਮ ਸੀਗਾ, ਸਾਨੂੰ ਤਾਂ ਪਤਾ ਨਹੀਂ ਸੀਗਾ ਤੇ ਬਾਹਰ ਨੇੜੇ ਪਿੰਡ ਦੇ ਵਿੱਚੋਂ ਸੁਨੇਹਾ ਆਇਆ ਵੀ ਉਹਨਾਂ ਦੇ ਜਿਹੜਾ ਰਣਜੀਤ ਸਿੰਘ ਆ ਨਾਇਕ ਵੀ ਉਹਦਾ ਐਕਸੀਡੈਂਟ ਹੋ ਗਿਆ ਤੇ ਸਾਨੂੰ ਪਹਿਲਾਂ ਸਾਰੀ ਰਾਤ ਉਹਨਾਂ ਨੇ ਐਕਸੀਡੈਂਟ 'ਚ ਹੀ ਦੱਸਿਆ। ਫਿਰ ਦੂਜੇ ਦਿਨ ਸ਼ਾਮ ਨੂੰ ਸਾਨੂੰ ਪਤਾ ਲੱਗਾ ਵੀ ਉਹ ਲੜਾਈ ਲੱਗੀ, ਉੱਥੇ ਤਾਂ ਸ਼ਹੀਦ ਹੋ ਗਏ। ਸਾਨੂੰ ਲੜਾਈ ਬਾਰੇ ਕੋਈ ਪਤਾ ਹੀ ਨਹੀਂ ਸੀਗਾ, ਕਿਸੇ ਚੀਜ਼ ਦਾ ਕੋਈ ਪਤਾ ਨਹੀਂ ਸੀਗਾ ਸਾਨੂੰ। ਫਿਰ ਇੱਕ ਦਿਨ ਅਸੀਂ ਵੇਟ ਕਰਦੇ ਰਹੇ, ਫਿਰ ਦੂਸਰਾ ਦਿਨ ਲੰਘ ਗਿਆ ਇੱਦਾਂ ਹੀ ਸਾਡਾ ਉਡੀਕਦਿਆਂ ਦਾ। ਫਿਰ ਤੀਸਰੇ ਦਿਨ ਬਾਅਦ ਦੇ ਵਿੱਚ ਉਹ ਸ਼ਾਮ ਨੂੰ ਕੋਈ 4 ਵਜੇ ਫਿਰ ਉਹਨਾਂ ਨੂੰ ਸ਼ਹੀਦ ਦੀ ਡੈੱਡ ਬੋਡੀ ਲੈ ਕੇ ਆਏ, ਤਾਂ ਉਹ ਸਾਰੇ ਫਿਰ ਨਾਲ ਹੀ ਉਹਨਾਂ ਦੇ ਜਿਹੜੇ ਫੌਜ ਵਿੱਚੋਂ ਆਏ ਸੀ ਸਾਰੇ ਜਾਣੇ ਗੱਡੀ 'ਚ ਲੈ ਕੇ ਆਏ। ਤਾਂ ਫਿਰ ਅਸੀਂ ਘਰ ਉਹਨਾਂ ਨੂੰ ਲਿਆਂਦਾ, ਨਲਾਇਆ ਉਹਨਾਂ ਨੂੰ, ਤਾਂ ਫਿਰ ਅਸੀਂ ਉਹਨਾਂ ਦਾ ਸੰਸਕਾਰ ਕੀਤਾ ਉਹਨਾਂ ਦਾ। ਨਾ ਅਸੀਂ ਇਹ ਕਦੀ ਸੋਚਿਆ ਹੀ ਨਹੀਂ ਸੀਗਾ ਕਿ ਲੜਾਈ, ਕਿਉਂ ਇਹ ਕੋਈ ਲੜਾਈ ਦੇ ਵਿੱਚ ਇਹਨਾਂ ਨੇ ਕੋਈ ਕਮਾਂਡੋ ਵਗੈਰਾ ਨਹੀਂ ਸੀ ਕੀਤੀ, ਕਿਉਂ ਇਹ ਇੱਕ ਬਾਕਸਰ ਸੀਗੇ ਅਤੇ ਪਲੇਅਰ, ਇਹਨਾਂ ਨੇ ਗੇਮ ਰੱਖੀ ਸੀ, ਗੇਮ ਦੇ ਵਿੱਚ ਇਹ ਪਲੇਅਰ ਸੀਗੇ ਅਤੇ ਉਹਦੇ ਕਰਕੇ ਇਹਨਾਂ ਨੇ ਕੋਈ ਇੱਦਾਂ ਦਾ ਕੰਮ, ਸਾਨੂੰ ਪਤਾ ਹੀ ਨਹੀਂ ਸੀ ਵੀ ਜੇ ਲੜਾਈ ਦੇ ਵਿੱਚ ਇਹ ਜਾਣਗੇ, ਕਿਉਂ ਇਹਨਾਂ ਦਾ ਖੇਡਾਂ ਦਾ ਕੰਮ ਸੀਗਾ, ਇਹ ਬਾਕਸਿੰਗ ਦੇ ਪਲੇਅਰ ਸੀਗੇ, ਉਹ ਖੇਡਦੇ ਸੀਗੇ। ਹਾਂਜੀ ਪਠਾਨਕੋਟ ਗਏ ਆ 4 ਤਰੀਕ ਨੂੰ, ਇਹ 4 ਮਈ ਨੂੰ ਘਰ ਆਏ ਆ। ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਤੁਹਾਡਾ ਵਾਧੂ ਘਾਟੂ ਸਮਾਨ ਆ ਤੁਸੀਂ ਆਪਣੇ ਘਰ ਦੇ ਆਵੋ, ਅਤੇ ਉਹ ਤਾਂ ਸਾਡੇ ਕੋਲ ਦਿਨ ਰਾਤ 4 ਤਰੀਕ ਨੂੰ ਆਏ, ਤਾਂ 5 ਨੂੰ ਚਲੇ ਗਏ। ਤਾਂ 6 ਨੂੰ ਇਹਨਾਂ ਨੂੰ ਫੋਨ ਮਗਰ ਕੀਤਾ, ਤਾਂ ਉਹ ਕਹਿੰਦੇ ਅਸੀਂ ਪਠਾਨਕੋਟ ਤੋਂ, ਉਹਨਾਂ ਦੀ ਯੂਨਿਟ ਜਿਹੜੀ ਉਹ ਜਾ ਚੁੱਕੀ ਸੀ। ਸਾਨੂੰ ਉੱਥੋਂ ਕਾਰਗਲ ਪਹੁੰਚਿਆ ਤਾਂ ਕੋਈ ਫੋਨ ਨਹੀਂ ਆਇਆ, ਤਾਂ ਬਸ ਜਾਂਦਿਆਂ ਹੀ ਲੜਾਈ ਲੱਗ ਗਈ, ਤਾਂ ਉਹਦੇ ਵਿੱਚ ਹੀ ਸਾਨੂੰ ਇਹਨਾਂ ਦਾ ਸ਼ਹੀਦ ਹੋਇਆਂ ਦਾ ਹੀ ਪਤਾ ਲੱਗਾ। ਨਹੀਂ, ਸਾਨੂੰ ਤਾਂ ਉਦੋਂ ਬਾਦਲ ਸਰਕਾਰ ਸੀਗੀ, ਸਾਨੂੰ ਤਾਂ ਉਹਨਾਂ ਨੇ ਜਿਹੜਾ ਐਕਸਲ ਗ੍ਰਾਂਟ ਮਿਲੀ ਉਹ ਵੀ ਮਿਲ ਗਈ ਸੀਗੀ, ਸਾਨੂੰ ਨੌਕਰੀ ਵੀ ਦੇ ਦਿੱਤੀ ਸੀਗੀ ਸੈਂਟਰ ਗੌਰਮੈਂਟ ਨੇ ਸਾਨੂੰ। ਫਿਰ ਮੈਂ ਨੌਕਰੀ ਛੱਡ ਦਿੱਤੀ, ਫਿਰ ਸੈਂਟਰ ਗੌਰਮੈਂਟ ਦੇ ਕੋਲੋਂ ਪੈਟਰੋਲ ਪੰਪ ਮਿਲ ਗਿਆ ਸਾਨੂੰ।